ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਤੋਂ ਭਾਵ ਧੰਨ ਹੈ, ਗੁਰੂ ਜੀ ਕਾ ਖਾਲਸਾ ਧੰਨ ਹੈ, ਵਾਹ ਗੁਰੂ ਜੀ ਕੀ ਫਤਿਹ। ਤੇ ਗੁਰੂ ਜੀ ਦੀ ਫਤਿਹ ਵੀ ਧੰਨ ਹੈ, ਵਾਹ ਹੈ। ਤੋ ਖਾਲਸੇ ਨੂੰ ਵੀ ਤੇ ਗੁਰੂ ਜੀ ਦੀ ਫਤਿਹ ਨੂੰ ਵੀ ਧੰਨ ਕਿਹਾ ਗਿਆ ਹੈ। ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ, ਗੁਰੂ ਧੰਨ ਹੈ, ਗੁਰੂ ਵਾਹ ਹੈ। ਤੇ ਗੁਰੂ ਜੀ ਦਾ ਜੋ ਖਾਲਸਾ ਹੈ, ਇਸ ਦੀ ਫਤਿਹ ਵੀ ਗੁਰੂ ਦੀ ਫਤਿਹ ਹੁੰਦੀ ਹੈ। ਸੋ ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਇਸ ਨੂੰ, ਵਾਹ ਸ਼ਬਦ ਨੂੰ, ਵਾਹ ਗੁਰੂ ਜੀ ਕਾ ਖਾਲਸਾ, ਵਾਹ ਗੁਰੂ ਜੀ ਕੀ ਫਤਿਹ। ਕਿਉਂਕਿ ਵਾਹ ਸ਼ਬਦ ਵੱਖਰਾ ਹੈ, ਗੁਰੂ ਸ਼ਬਦ ਵੱਖਰਾ ਹੈ। ਵਾਹ ਸ਼ਬਦ ਫਾਰਸੀ ਦਾ, ਗੁਰੂ ਸ਼ਬਦ ਸੰਸਕ੍ਰਿਤ ਭਾਸ਼ਾ ਦਾ। ਪਿਆਰੇ ਦਰਸ਼ਕੋ, ਅੱਜ ਵਿਚਾਰ ਕਰਦੇ ਹਾਂ ਸਿੱਖ ਰਹਿਤ ਮਰਿਆਦਾ, ਜਿਸ ਨੂੰ ਪੈਪਸੂ ਦੇ ਗੁਰਦੁਆਰਿਆਂ ਨੇ ਨਹੀਂ ਮੰਨਿਆ ਸੀ। ਪੈਪਸੂ ਦੇ ਗੁਰਦੁਆਰਿਆਂ ਨੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਨਹੀਂ ਪ੍ਰਵਾਨ ਕੀਤਾ ਸੀ। ਬਹੁਤ ਸਾਰੇ ਸੱਜਣ ਕਹਿੰਦੇ ਹਨ ਕਿ ਸਿੱਖ ਰਹਿਤ ਮਰਿਆਦਾ ਜੀ ਇਹ ਅਕਾਲ ਤਖਤ ਸਾਹਿਬ ਤੋਂ ਲਾਗੂ ਹੈ। ਕਦੋਂ ਦੀ ਲਾਗੂ ਹੈ? ਜਦੋਂ ਦੀ ਇਹ ਬਣੀ ਹੈ। ਪਹਿਲਾਂ 1936 'ਚ ਬਣੀ ਸੀ, ਫਿਰ 1945 ਵਿੱਚ ਫਾਈਨਲ ਟੱਚ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਜੇ ਇਹ ਗੱਲ ਮੰਨੀਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਨੂੰ ਲਾਗੂ ਕੀਤਾ ਹੋਇਆ, ਤਾਂ ਕਹਿ ਸਕਦੇ ਹਾਂ ਕਿ ਪਹਿਲਾਂ 36 'ਚ ਲਾਗੂ ਕੀਤਾ, ਫਿਰ 45  'ਚ ਲਾਗੂ ਕੀਤਾ, ਜਾਂ ਇਹ ਕਹਿ ਲਓ ਕਿ 36 ਵਿੱਚ ਲਾਗੂ ਕਰ ਦਿੱਤਾ ਅਤੇ ਬਾਅਦ ਵਿੱਚ ਕੁਛ ਰਚਨਾਵਾਂ ਹੋਰ ਇਹਦੇ ਵਿੱਚ ਪਾ ਦਿੱਤੀਆਂ ਗਈਆਂ। ਨਿਤਨੇਮ ਜਿਹੜਾ ਬਣਾਇਆ ਗਿਆ, ਗੁਰੂ ਗ੍ਰੰਥ ਸਾਹਿਬ ਵਿੱਚੋਂ ਰਚਨਾਵਾਂ ਛੱਡ ਕੇ ਬਾਹਰੋਂ ਰਚਨਾਵਾਂ ਪਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ ਨਿਤਨੇਮ ਤੋੜਿਆ ਗਿਆ ਸ਼੍ਰੋਮਣੀ ਕਮੇਟੀ ਵੱਲੋਂ। ਅਤੇ ਉਸ ਵਿੱਚ ਰਾਮਾਇਣ ਵਿੱਚੋਂ ਰਚਨਾਵਾਂ 2 ਫਿਰ ਐਡ ਕੀਤੀਆਂ 1945 ਵਿੱਚ ਸ਼ਾਮ ਦੇ ਪਾਠ ਵਿੱਚ। ਜਿਹੜਾ ਸਗਲ ਦੁਆਰ ਕੋ ਛਾੜ ਕੇ ਵਾਲਾ ਹੈ, ਪਾਏਂਗੇ ਜਬ ਤੇ ਤੁਮਰੇ। ਤੋ ਇਸ ਤਰ੍ਹਾਂ ਜੇ ਕਹੀਏ ਤਾਂ 36 ਤੋਂ ਲਾਗੂ ਹੋਈ। ਜੇ ਦੂਜੀ ਤਰ੍ਹਾਂ ਸਮਝੀਏ ਕਿ 45 ਵਿੱਚ ਕੁਝ ਰਚਨਾਵਾਂ ਹੋਰ ਐਡ ਕੀਤੀਆਂ ਗਈਆਂ, ਤਾਂ ਫਿਰ 45 ਤੋਂ ਸਮਝ ਲਈਏ ਵੀ ਇਹ ਲਾਗੂ ਹੋ ਗਈ। ਮੰਨ ਲਓ ਇਹ ਲਾਗੂ ਹੋ ਗਈ, ਉੱਦਾਂ ਲਾਗੂ ਨਹੀਂ ਹੈ। ਲਾਗੂ ਤਾਂ ਹੁਣ ਵੀ ਨਹੀਂ ਹੈ, ਕਿਉਂਕਿ ਸਾਰੇ ਜੋ ਡੇਰੇ ਬਣੇ ਹੋਏ ਹਨ ਉਹ ਇਸ ਨੂੰ ਨਹੀਂ ਮੰਨਦੇ। ਭਾਈ ਰਣਧੀਰ ਸਿੰਘ ਦੀ ਸੰਸਥਾ ਜਿਹੜੀ ਚੱਲਦੀ ਹੈ ਉਹ ਇਸ ਨੂੰ ਨਹੀਂ ਮੰਨਦੇ, ਅਤੇ ਆਪਣਾ ਆਪਣਾ ਨਿਤਨੇਮ ਸਾਰਿਆਂ ਨੇ ਬਣਾਇਆ ਹੋਇਆ ਹੈ। ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਿਤਨੇਮ ਦੀ ਬੇਅਦਬੀ ਕੀਤੀ ਹੋਈ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਤਨੇਮ ਤਾਂ ਗੁਰੂ ਪਾਤਸ਼ਾਹ ਦਾ ਬਣਾਇਆ ਹੋਇਆ ਸੀ। ਜਿਹਨੇ ਵੀ ਇਸ ਨੂੰ ਤੋੜ ਕੇ ਭੰਗ ਕਰਕੇ ਰਚਨਾਵਾਂ ਹੋਰ ਐਡ ਕੀਤੀਆਂ ਬਾਹਰੋਂ ਗੁਰੂ ਗ੍ਰੰਥ ਸਾਹਿਬ ਤੋਂ, ਉਹ ਬੇਅਦਬੀ ਕਰ ਰਹੇ ਹਨ। ਉਹ ਗੁਰੂ ਪਾਤਸ਼ਾਹ ਦਾ ਹੁਕਮ ਜਿਹੜਾ ਮੰਨਣ ਤੋਂ ਇਨਕਾਰੀ ਹਨ। ਨਿਤਨੇਮ ਜਿਹੜਾ ਹੈ 10ਵੇਂ ਪਾਤਸ਼ਾਹ ਵੱਲੋਂ ਪ੍ਰਵਾਨਿਤ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ। ਅਤੇ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਤਾਂ ਨਿਤਨੇਮ ਵੀ ਤਾਂ ਗੁਰੂ ਵੱਲੋਂ ਬਖਸ਼ਿਆ ਜਿਹੜਾ ਕੀਤਾ ਜਾਣਾ। ਜੇ ਨਿਤਨੇਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤਾਂ ਉਹੀ ਨਿਤਨੇਮ ਸਿੱਖਾਂ ਦਾ। ਜੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਅਤੇ ਗੁਰੂ ਦੀਆਂ ਬਾਣੀਆਂ ਜਿਹੜੀਆਂ ਪ੍ਰਵਾਨਿਤ, ਉਹ ਨਿਤਨੇਮ ਵਿੱਚ ਉਹੀ ਸਿੱਖਾਂ ਨੇ ਪੜ੍ਹਨੀਆਂ। ਅਤੇ ਉਹ ਨਿਤਨੇਮ ਆਲਰੇਡੀ ਬਣਿਆ ਹੋਇਆ ਸੀ, 13 ਪੰਨੇ ਛਾਪੇ ਦੀ ਬੀੜ ਦੇ ਜਿਹੜੇ ਉਹ ਨਿਤਨੇਮ ਹੀ ਹੈ। ਇਸ ਨੂੰ ਭੰਨ ਤੋੜ ਕੇ ਰਚਨਾਵਾਂ ਬਾਹਰੋਂ ਪਾ ਕੇ
ਬਹੁਤ ਸਾਰੀਆਂ ਜਿਹੜੀਆਂ ਉਹ ਲੜਾਈਆਂ ਦਾ ਕਾਰਨ ਜਿਹੜਾ ਬਣਿਆ, ਉਹਦੇ ਵਿੱਚ ਇੱਕ ਤਾਂ ਇਹ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਮੰਨ ਲਿਆ ਗਿਆ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧੂਰੀ ਹੈ, ਇਹ ਨਿਤਨੇਮ 'ਚ ਨਹੀਂ ਸ਼ਾਮਲ ਹੋ ਸਕਦੀ। ਸਾਨੂੰ ਬਾਹਰੋਂ ਕੁਝ ਚਾਹੀਦਾ ਹੈ। ਅਰਦਾਸ ਨਿਤਨੇਮ, ਅਰਦਾਸ ਜਿਹੜੇ ਨਿਤਨੇਮ 'ਚ ਪਾਈ ਗਈ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਨਹੀਂ, ਉਹ ਵੀ ਬਾਹਰੋਂ ਜੋੜੀ ਗਈ ਹੈ, ਬਾਹਰੋਂ ਬਣਾਈ ਗਈ ਹੈ। ਉਹਦੇ 'ਚ ਪੌੜੀ ਜਿਹੜੀ ਬਾਹਰੋਂ ਪਾਈ ਗਈ ਹੈ। ਗੁਰੂ ਗ੍ਰੰਥ ਸਾਹਿਬ 'ਚ 22 ਵਾਰਾਂ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਵਾਰਾਂ ਦੇ ਨਾਲ ਪੌੜੀਆਂ ਦਰਜ ਕੀਤੀਆਂ ਹੋਈਆਂ ਹਨ, ਅਤੇ ਇਹ ਪੌੜੀਆਂ ਛੱਡ ਕੇ ਬਾਹਰੋਂ ਪੌੜੀ ਜਿਹੜੀ ਆ ਉਹ ਪਾ ਦਿੱਤੀ ਗਈ। ਇਸ ਦਾ ਮਤਲਬ ਹੈ ਕਿ ਇਸ ਤਰ੍ਹਾਂ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅਧੂਰਾ ਸਾਬਤ ਕਰਤਾ ਗਿਆ, ਕਿ ਇਸ ਵਿੱਚ ਸਾਨੂੰ ਯੋਗ ਰਚਨਾਵਾਂ ਨਹੀਂ ਮਿਲਦੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਸੀ ਅਰਦਾਸ ਬਣਾਉਣ ਲਈ ਜਾਂ ਕੁਝ ਹੋਰ ਕਰਨ ਲਈ, ਜਾਂ ਪੌਲ ਦੇਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਰਚਨਾਵਾਂ ਨਹੀਂ ਮਿਲਦੀਆਂ, ਅਧੂਰਾ ਸਾਬਤ ਕਰਤਾ ਗਿਆ। ਦੂਸਰਾ ਨੁਕਸਾਨ ਇਹਦਾ ਇਹ ਕਿ 10ਵੇਂ ਪਾਤਸ਼ਾਹ ਦੇ ਨਾਲ ਉਹ ਰਚਨਾਵਾਂ ਜੋੜ ਦਿੱਤੀਆਂ ਗਈਆਂ ਜਿਹੜੀਆਂ ਦੁਰਗਾ ਅਤੇ ਮਹਾਕਾਲ ਦੇ ਪੁਜਾਰੀਆਂ ਦੀਆਂ ਬਣਾਈਆਂ ਹੋਈਆਂ ਸਨ, ਅਤੇ 10ਵੇਂ ਪਾਤਸ਼ਾਹ ਨੂੰ ਵੀ ਦੁਰਗਾ ਅਤੇ ਮਹਾਕਾਲ ਦੇ ਪੁਜਾਰੀ ਬਣਾ ਦਿੱਤਾ ਗਿਆ ਇਹਨਾਂ ਰਚਨਾਵਾਂ ਰਾਹੀਂ। ਸੋ ਪਿਆਰਿਓ, ਇਹ ਰਹਿਤ ਮਰਜ਼ਾਦਾ ਇੱਦਾਂ ਬਣੀ, ਗੁਰੂ ਗ੍ਰੰਥ ਸਾਹਿਬ ਦਾ ਨਿਤਨੇਮ ਤੋੜ ਕੇ ਬਣਾਈ ਗਈ ਸੀ। ਜੇ ਮੰਨ ਲਓ 45 ਵਿੱਚ ਇਹ ਲਾਗੂ ਸੀ, ਮੰਨ ਲੈਂਦੇ ਹਾਂ, ਲਾਗੂ ਤਾਂ ਨਹੀਂ ਸੀ ਪਰ ਮੰਨ ਲਓ ਜਿਹੜੇ ਲੋਕ ਕਹਿੰਦੇ ਹਨ ਜੀ ਇਹ ਪ੍ਰਵਾਨਤ ਹੈ ਜੀ, ਇਹ ਲਾਗੂ ਹੈ ਜੀ, ਕਿਤੇ ਲਾਗੂ ਨਹੀਂ ਹੈ। ਉਸ ਵੇਲੇ ਵੀ ਲਾਗੂ ਨਹੀਂ ਸੀ ਜਿਸ ਵੇਲੇ ਪੈਪਸੂ ਦੀਆਂ ਰਿਆਸਤਾਂ ਅਜੇ ਖੜੀਆਂ ਸਨ। ਪੈਪਸੂ ਦੀਆਂ ਰਿਆਸਤਾਂ ਜਿਹੜੀਆਂ ਉਹ 8 ਸਨ। 8 ਪ੍ਰਿੰਸਲੀ ਯੂਨੀਅਨਸ ਇਨ ਪੈਪਸੂ। ਇਹ ਸੀ ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਫਰੀਦਕੋਟ, ਕਲਸੀਆ, ਮਲੇਰਕੋਟਲਾ, ਨਾਲਾਗੜ੍ਹ। ਇਹਨਾਂ ਨੂੰ ਆਪਾਂ ਸ਼ਾਹੀ ਰਿਆਸਤਾਂ ਕਹਿੰਦੇ ਹਾਂ। ਇਹਨਾਂ ਨਾਲ ਪੈਪਸੂ ਬਣਦਾ ਸੀ, ਇਹਨਾਂ ਨੂੰ ਪੈਪਸੂ ਕਹਿੰਦੇ ਸਾਰਿਆਂ ਨੂੰ ਇਕੱਠੇ ਨੂੰ। ਅਤੇ ਪੰਜਾਬ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਬਣਦੀ ਹੈ 3 ਮਈ 1948 ਨੂੰ, ਅਤੇ ਇਹਦਾ ਇਨਾਗੂਰੇਸ਼ਨ ਜਿਹੜਾ ਹੈ 15 ਜੁਲਾਈ 1948 ਨੂੰ ਡਿਪਟੀ ਪ੍ਰਾਈਮ ਮਿਨਿਸਟਰ ਪਟੇਲ ਰਾਹੀਂ ਕੀਤਾ ਜਾਂਦਾ, ਅਤੇ ਇਹ ਫਿਰ 20 ਅਗਸਤ 1948 ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰਦੀ ਹੈ। ਇਹ ਯੂਨੀਅਨ ਜਿਹੜੀ ਬਣਾਈ ਸੀ, ਅਤੇ ਯਾਦਵਿੰਦਰ ਸਿੰਘ ਜਿਹੜਾ ਮਹਾਰਾਜਾ ਪਟਿਆਲੇ ਦਾ ਕਿਹਾ ਜਾਂਦਾ ਸੀ, ਉਹਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ ਜਾਂ ਗਵਰਨਰ ਬਣਾਤਾ ਗਿਆ। ਫਿਰ ਕੀ ਹੋਇਆ, 1 ਨਵੰਬਰ 1956 ਨੂੰ, ਇਹ 48 ਨੂੰ ਬਣਦੀ ਸੀ ਯੂਨੀਅਨ, ਲਗਭਗ 8 ਸਾਲ ਬਾਅਦ ਇਸ ਨੂੰ ਪੰਜਾਬ ਦੇ ਵਿੱਚ ਮਿਲਾ ਦਿੱਤਾ ਗਿਆ, ਮਰਜ ਕਰਤਾ ਗਿਆ, ਪੈਪਸੂ ਖਤਮ ਕਰਤਾ ਗਿਆ। ਰਿਆਸਤਾਂ ਪੈਪਸੂ ਦੀਆਂ ਜਿਹੜੀਆਂ, ਉਹਨਾਂ ਨੂੰ ਪੈਪਸੂ ਨਾਲ ਨਾਂ ਹਟਾ ਕੇ ਉਹਨਾਂ ਰਿਆਸਤਾਂ ਨੂੰ ਪੰਜਾਬ ਵਿੱਚ ਸ਼ਾਮਲ ਕਰਤਾ ਗਿਆ। 1956 ਦੀ ਗੱਲ ਹੈ। ਹੁਣ ਕੀ ਹੁੰਦਾ ਫਿਰ 1956 ਵਿੱਚ, ਕਿਉਂਕਿ 48 ਵਿੱਚ ਇੱਕ ਕਮੇਟੀ ਬਣਦੀ ਹੈ, ਯੂਨੀਅਨ ਬਣਦੀ ਹੈ, ਅਤੇ ਸਿੱਖ ਕੋਡ ਮੰਨ ਲੈਂਦੇ ਹਾਂ 1945 ਵਿੱਚ ਅਕਾਲ ਤਖ਼ਤ ਸਾਹਿਬ ਨੇ ਲਾਗੂ ਕਰ ਦਿੱਤੀ ਸੀ। 45 'ਚ ਜੇ ਲਾਗੂ ਕਰ ਦਿੱਤੀ ਸੀ ਤਾਂ ਇਹਨਾਂ ਜਿਹੜੇ ਪ੍ਰਿੰਸਲੀ ਸਟੇਟ ਸੀਗੀਆਂ, ਇਹ ਪੈਪਸੂ ਸੀ, ਇਹਨਾਂ ਨੇ ਇਸ ਨੂੰ ਕਿਉਂ ਨਹੀਂ ਮੰਨਿਆ? ਜੇ ਸ਼੍ਰੀ ਅਕਾਲ ਤਖ਼ਤ ਵੱਲੋਂ ਇਹ ਲਾਗੂ ਹੁੰਦੀ, ਇਹਨਾਂ ਨੇ ਬਿਲਕੁਲ ਨਹੀਂ ਮੰਨਿਆ। ਆਪਾਂ ਦੇਖਦੇ ਹਾਂ ਜਦੋਂ ਪੈਪਸੂ ਨੂੰ ਪੰਜਾਬ ਵਿੱਚ ਮਰਜ ਕਰਤਾ ਗਿਆ ਤਾਂ ਫਿਰ 1949 ਦੇ ਵਿੱਚ ਇੱਕ ਧਰਮ ਅਰਥ ਬੋਰਡ ਬਣਾਇਆ ਗਿਆ ਸੀ। 1949 ਵਿੱਚ 48 ਵਿੱਚ ਬਣੀ ਆ ਪੰਜਾਬ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ, ਅਤੇ 1949 ਦੇ ਵਿੱਚ
ਇੱਕ ਧਰਮ ਅਰਥ ਬੋਰਡ ਬਣਾਇਆ ਗਿਆ, ਜਿਹੜਾ ਪੈਪਸੂ ਦੇ ਗੁਰਦੁਆਰਿਆਂ ਦੇ ਕੰਟਰੋਲ ਵਾਸਤੇ ਬਣਾਇਆ ਗਿਆ, ਉਹਨਾਂ ਦੀ ਮਰਿਆਦਾ ਵਾਸਤੇ ਬਣਾਇਆ ਗਿਆ, ਕਾਇਮ ਕਰਨ ਵਾਸਤੇ 1949 ਵਿੱਚ। ਇਹ 35 ਮੈਂਬਰੀ ਬੋਰਡ ਬਣਾਇਆ ਗਿਆ, ਜਿਸ ਦੇ ਪ੍ਰਧਾਨ ਸਰਦਾਰ ਬਲਵੰਤ ਸਿੰਘ ਚਰਨਥਲ ਸਨ। ਤੇ ਫਿਰ ਇਸ ਬੋਰਡ ਵੱਲੋਂ ਇੱਕ ਸਬ ਕਮੇਟੀ ਬਣਾਈ ਗਈ, ਜਿਸ ਨੇ ਪੈਪਸੂ ਦੇ ਗੁਰਦੁਆਰਿਆਂ ਵਾਸਤੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ। ਹੁਣ ਦੇਖੋ, ਜੇ ਇਹ 45 ਵਿੱਚ ਸਿੱਖ ਰਹਿਤ ਮਰਿਆਦਾ ਸ਼੍ਰੋਮਣੀ ਕਮੇਟੀ ਦੀ ਬਣਾਈ ਹੋਈ ਲਾਗੂ ਹੁੰਦੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ, ਤਾਂ ਇਹ ਪੈਪਸੂ ਦੇ ਗੁਰਦੁਆਰਿਆਂ ਨੇ 1949 ਵਿੱਚ ਜਿਹੜੀ ਆਪਣੀ ਕਮੇਟੀ ਬਣਾਈ ਆ, ਇਹ ਕਿੱਦਾਂ ਬਣਾ ਲਈ? ਰੂਲਸ ਐਂਡ ਰੈਗੂਲੇਸ਼ਨ ਗੁਰਦੁਆਰਿਆਂ ਦੇ, ਜਿਹੜੇ ਪੈਪਸੂ ਦੇ ਗੁਰਦੁਆਰੇ ਸਨ, 8 ਰਾਜਾਂ ਦੇ ਗੁਰਦੁਆਰੇ ਜਿਹੜੇ ਸਨ, ਉਹਨਾਂ ਵਾਸਤੇ ਫਿਰ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਬਣਾਉਣ ਦਾ? ਇਹ ਤਾਂ ਸਪਸ਼ਟ ਹੈ ਇਸ ਤੋਂ ਕਿ ਸਿੱਖ ਰਹਿਤ ਮਰਿਆਦਾ ਕਿਤੇ ਵੀ ਲਾਗੂ ਨਹੀਂ ਸੀ, ਕਿਤੇ ਵੀ ਸ਼੍ਰੀ ਅਕਾਲ ਤਖਤ ਲਾਗੂ ਨਹੀਂ ਸੀ, ਨਾ ਹੁਣ ਲਾਗੂ ਆ, ਨਾ ਉਦੋਂ ਲਾਗੂ ਸੀ। ਜੇ ਲਾਗੂ ਹੁੰਦੀ, ਇਹ ਪੈਪਸੂ ਦੇ ਜਿਹੜੇ ਗੁਰਦੁਆਰੇ ਸਨ ਉਹ ਵੀ ਮੰਨਦੇ ਇਸ ਨੂੰ। ਉਹਨਾਂ ਨੇ ਇਸ ਨੂੰ ਬਿਲਕੁਲ ਰਿਜੈਕਟ ਕਰਕੇ ਇੱਕ ਆਪਣਾ ਵੱਖਰਾ ਬੋਰਡ ਬਣਾਇਆ ਸਨ 1949 ਦੇ ਵਿੱਚ। ਤੇ ਇਹ ਜਿਹੜਾ ਬੋਰਡ ਸੀ, ਫਿਰ ਇਹਦੀ ਸਬ ਕਮੇਟੀ ਨੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ, ਜਿਨ੍ਹਾਂ ਨੂੰ ਬੋਰਡ ਨੇ, ਇਹ ਜਿਹੜਾ ਧਰਮ ਅਰਥ ਬੋਰਡ ਬਣਿਆ ਸੀ, ਨਾਂ ਸੀ ਦਾ ਧਰਮ ਅਰਥ ਬੋਰਡ, ਇਸ ਨੇ 26 ਅਗਸਤ 1949 ਨੂੰ ਪ੍ਰਵਾਨਗੀ ਦਿੱਤੀ। ਪੈਪਸੂ ਦੇ ਗੁਰਦੁਆਰਿਆਂ ਦੀ ਵੱਖਰੀ ਜੋ ਮਰਿਆਦਾ ਬਣਾਈ ਗਈ, ਰੂਲਸ ਰੈਗੂਲੇਸ਼ਨ ਬਣਾਏ ਗਏ, ਉਹਨਾਂ ਨੂੰ 26 ਅਗਸਤ 1949 ਨੂੰ ਇਸ ਕਮੇਟੀ ਨੇ ਪ੍ਰਵਾਨਗੀ ਦਿੱਤੀ, ਜਿਹਦਾ ਨਾਂ ਸੀ ਧਰਮ ਅਰਥ ਬੋਰਡ, ਜੋ 1949 ਵਿੱਚ ਬਣਿਆ ਸੀ। ਇਸ ਬੋਰਡ ਦੇ ਕੋਲ 200 ਗੁਰਦੁਆਰਿਆਂ ਦਾ ਪ੍ਰਬੰਧ ਸੀ। 200 ਗੁਰਦੁਆਰਿਆਂ ਦਾ। ਕਿੱਥੇ ਗਈ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ? ਸਭ ਧੱਜੀਆਂ ਉੱਡ ਗਈਆਂ ਉਸ ਦੀਆਂ। ਪੈਪਸੂ ਦੇ ਗੁਰਦੁਆਰਿਆਂ ਦੀ ਜੋ ਬਣਾਈ ਸੀ ਕਮੇਟੀ, ਉਹਨਾਂ ਧੱਜੀਆਂ ਉਡਾ ਦਿੱਤੀਆਂ। ਤੋ ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਬਿਲਕੁਲ ਲਾਗੂ ਨਹੀਂ ਸੀ, ਨਾ ਉਦੋਂ ਲਾਗੂ ਸੀ, ਨਾ ਹੁਣ ਲਾਗੂ ਆ। ਇਹ ਬਣਾ ਕੇ ਇੱਕ ਡਾਕੂਮੈਂਟ ਬਣਾ ਕੇ ਰੱਖਿਆ ਹੋਇਆ, ਕੋਈ ਇਸ ਨੂੰ ਮੰਨੇ ਜਾਂ ਨਾ ਮੰਨੇ, ਉਹ ਉਹਦੀ ਆਪਣੀ ਮਰਜ਼ੀ ਹੈ। ਇਹ ਕਿਤੇ ਲਾਗੂ ਨਹੀਂ ਹੈ, ਕੋਈ ਨਹੀਂ ਇਸ ਨੂੰ ਮੰਨਦਾ। ਤੇ ਜਿਹੜਾ ਨਹੀਂ ਮੰਨਦਾ ਉਹਨੂੰ ਅੱਜ ਤੱਕ ਕਿਸੇ ਨੇ ਫਾਹੀ ਨਹੀਂ ਲਾਇਆ, ਕਿਸੇ ਨੇ ਉਸ ਨੂੰ ਸੱਦਿਆ ਨਹੀਂ ਵੀ ਆ ਵੀ ਤੂੰ ਕਿਉਂ ਨਹੀਂ ਮੰਨਦਾ ਇਸ ਨੂੰ। ਸਾਹਮਣੇ ਠਾਠਾਂ ਮਾਰਦੇ, ਤੁੜੰਗੇ ਮਾਰਦੇ ਅੱਜ ਕੱਲ੍ਹ ਉਹ ਸਾਰੇ ਫਿਰ ਰਹੇ ਹਨ, ਜਿਹੜੇ ਇਸ ਨੂੰ ਨਹੀਂ ਮੰਨਦੇ। ਉਹ ਸਾਰਿਆਂ ਸਾਹਮਣੇ, ਜਥੇਦਾਰਾਂ ਸਾਹਮਣੇ ਫਿਰ ਰਹੇ ਹਨ, ਸ਼੍ਰੋਮਣੀ ਕਮੇਟੀ ਦੇ ਸਾਹਮਣੇ ਆਪਣਾ ਕਾਰੋਬਾਰ, ਆਪਣੀ ਜਥੇਬੰਦੀਆਂ, ਸੰਸਥਾਵਾਂ ਚਲਾ ਰਹੇ ਹਨ। ਕੋਈ ਨਹੀਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ। ਸੋ 26 ਅਗਸਤ 1949 ਨੂੰ ਪ੍ਰਵਾਨਗੀ ਦਿੱਤੀ ਸੀ ਪੈਪਸੂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ। ਜਿਹੜਾ ਬੋਰਡ ਬਣਿਆ ਸੀ ਇਸ ਨੇ, ਜਿਹਦਾ ਨਾਮ ਸੀ ਧਰਮ ਅਰਥ ਬੋਰਡ, ਇਹ 1949 ਨੂੰ ਬਣਿਆ ਸੀ। ਵਾਈਡ ਨੋਟੀਫਿਕੇਸ਼ਨ ਨੰਬਰ 2 ਡੇਟਡ 20 ਮਈ 1949 ਇਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ। 20 ਮਈ 1949 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਉਹਦੇ ਮੁਤਾਬਕ ਇਹ ਬੋਰਡ ਬਣ ਗਿਆ ਸੀ 1949 ਦੇ ਵਿੱਚ। ਸੋ ਇਸ ਬੋਰਡ ਦੇ ਕੋਲ 200 ਗੁਰਦੁਆਰਿਆਂ ਦਾ ਕੰਟਰੋਲ ਸੀ, ਜਿੱਥੇ ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਨਹੀਂ ਸੀ। ਜਿੱਥੇ ਸ਼੍ਰੋਮਣੀ ਕਮੇਟੀ ਰਹਿਤ ਮਰਿਆਦਾ ਉੱਥੇ ਬਿਲਕੁਲ ਫੇਲ ਸੀ, ਉਹ ਕੰਮ ਨਹੀਂ ਸੀ ਕਰਦੀ, ਉਹਨੂੰ ਉੱਥੇ ਕੋਈ ਲਾਗੂ ਨਹੀਂ ਸੀ ਕੀਤਾ ਗਿਆ। ਇਹਨਾਂ 200 ਗੁਰਦੁਆਰਿਆਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ, ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ, ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀਂਦ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਤਮਤਾਨ ਤੇ ਸਟੇਟ ਗੁਰਦੁਆਰਾ ਕਪੂਰਥਲਾ, ਇਹ ਵੀ ਗੁਰਦੁਆਰੇ ਜਿਹੜੇ ਸੀ ਇਹ ਧਰਮ ਅਰਥ ਬੋਰਡ ਦੇ ਪ੍ਰਬੰਧ ਥੱਲੇ ਸਨ। ਸ਼੍ਰੋਮਣੀ ਕਮੇਟੀ ਦਾ ਕੋਈ ਦਖਲ ਨਹੀਂ ਸੀ ਇੱਥੇ ਮੰਨਿਆ ਜਾਂਦਾ। ਇਸ ਦੀ ਰਹਿਤ ਮਰਿਆਦਾ ਇੱਥੇ ਠੋਸ ਸੀ। ਜਦੋਂ ਫਿਰ 1956 ਦੇ ਵਿੱਚ
ਪੈਪਸੂ ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ 1 ਨਵੰਬਰ 1956 ਨੂੰ, ਤਾਂ ਫਿਰ ਇੱਕ ਨੋਟੀਫਿਕੇਸ਼ਨ ਨਵੀਂ ਸਰਕਾਰ ਨੇ ਜਾਰੀ ਕੀਤਾ 10 ਜਨਵਰੀ 1958 ਨੂੰ, ਤੇ ਉਹਨੇ ਇਹ ਕਿਹਾ, ਉਹਨੇ ਇੱਕ ਫਿਰ ਇੰਟੈਰਮ ਬੋਰਡ 13 ਮੈਂਬਰੀ ਇੰਟੈਰਮ ਬੋਰਡ ਬਣਾ ਦਿੱਤਾ, ਉਹਦੇ ਕੋਲ ਪ੍ਰਬੰਧ ਰਹਿਣ ਦਿੱਤਾ ਇਹਨਾਂ ਗੁਰਦੁਆਰਿਆਂ ਦਾ। ਇੰਟੈਰਮ ਬੋਰਡ ਬਣਾਤਾ 13 ਮੈਂਬਰੀ, ਤੇ ਇਹ ਬੋਰਡ ਕੰਮ ਕਰਦਾ ਰਿਹਾ, ਜਿਹੜਾ ਕਿ 1958 ਦੇ ਨੋਟੀਫਿਕੇਸ਼ਨ ਮੁਤਾਬਕ ਬਣਿਆ ਸੀ। ਤੇ ਉਸ ਤੋਂ ਬਾਅਦ ਕੀ ਕੀਤਾ, ਫਿਰ 8 ਜਨਵਰੀ 1959 ਨੂੰ ਇਹ ਜਿਹੜਾ ਬੋਰਡ ਸੀ ਬਣਿਆ ਇੰਟੈਰਮ ਬੋਰਡ, ਇਹਨੂੰ ਫਿਰ ਜਾ ਕੇ ਸ਼੍ਰੋਮਣੀ ਕਮੇਟੀ ਵਿੱਚ ਮਰਜ ਕਰਤਾ ਗਿਆ। ਜਦੋਂ ਸ਼੍ਰੋਮਣੀ ਕਮੇਟੀ ਵਿੱਚ ਇਹਨੂੰ ਰਲਾ ਦਿੱਤਾ ਗਿਆ, ਤਾਂ ਫਿਰ ਇਹ ਬੋਰਡ ਦੀਆਂ ਕਾਰਵਾਈਆਂ ਜਿਹੜੀਆਂ ਉਦੋਂ ਫਿਰ ਬੰਦ ਹੋਈਆਂ, ਜਦੋਂ ਇਸ ਨੂੰ ਖ਼ਤਮ ਕਰਕੇ ਸ਼੍ਰੋਮਣੀ ਕਮੇਟੀ ਵਿੱਚ ਹੀ ਇਸ ਨੂੰ ਮਰਜ ਕੀਤਾ ਗਿਆ। ਤੋ ਇਸ ਵਿਚਾਰ ਦਾ ਮਤਲਬ ਇਹ ਹੈ ਕਿ ਜਿਹੜੇ ਕਹਿੰਦੇ ਹਨ ਕਿ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਇਹ ਪੰਥ ਪ੍ਰਵਾਨਿਤ ਹੈ, ਮੰਨ ਲਿਆ ਪੰਥ ਪ੍ਰਵਾਨਿਤ ਹੈ, ਜਿਹੜੇ ਕਹਿੰਦੇ ਹਨ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਗਈ ਹੈ, ਇਹ ਲਾਗੂ ਕੀਤੀ ਦੀ ਫੂਕ ਕੱਢਣ ਵਾਸਤੇ ਇਹ ਅੱਜ ਵਿਚਾਰ ਆਪਾਂ ਕੀਤੀ ਹੈ ਕਿ ਇਹ ਲਾਗੂ ਨਹੀਂ ਹੈ। ਤੇ ਜਿਵੇਂ ਪਹਿਲਾਂ ਦੱਸਿਆ ਸੀ ਕਿ ਜਿੰਨੇ ਵੀ ਡੇਰੇ ਹਨ ਉਹਨਾਂ ਨੇ ਆਪਣੀ ਆਪਣੀ ਮਰਜ਼ਾਦਾ ਬਣਾਈ ਹੋਈ, ਆਪਣੇ ਆਪਣੇ ਗੁਟਕੇ ਬਣਾਏ ਹੋਏ ਆ, ਉਹਨਾਂ ਨੂੰ ਕੋਈ ਵੀ ਹਿਲਾ ਨਹੀਂ ਸਕਦਾ। ਅੱਜ ਤੱਕ ਕਿਸੇ ਨੇ ਨਹੀਂ ਹਿਲਾਇਆ, ਕਿਸੇ ਨੇ ਨਹੀਂ ਉਹਨਾਂ ਨੂੰ ਸੱਦਿਆ ਵੀ ਆਓ ਤੁਸੀਂ ਆਪਣੇ ਹਿਸਾਬ ਨਾਲ ਨਿਤਨੇਮ ਜਿਹੜਾ ਹੈ ਰਹਿਤ ਮਰਿਆਦਾ ਦਾ ਤੋੜ ਕੇ ਕਿੱਦਾਂ ਬਣਾ ਲਿਆ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਕਿਤੇ ਵੀ ਲਾਗੂ ਨਹੀਂ, ਇੱਕ ਡਾਕੂਮੈਂਟ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਦੇ ਕਿਤਾਬਾਂ ਦੇ ਸਟਾਲ 'ਤੇ ਮਿਲਦਾ। ਜਿਨ੍ਹਾਂ ਨੇ ਲਿਆ ਉਹ ਪੜ੍ਹੀ ਜਾਂਦੇ, ਜਿਨ੍ਹਾਂ ਨੇ ਨਹੀਂ ਲਿਆ ਨਹੀਂ ਪੜ੍ਹੀ ਜਾਂਦੇ। ਤੇ ਜਿਨ੍ਹਾਂ ਨੂੰ ਪਤਾ ਉਹਦੇ ਮੁਤਾਬਕ ਥੋੜ੍ਹਾ ਬਹੁਤਾ ਕੰਮ ਕਰੀ ਜਾਂਦੇ ਆ, ਜਿਨ੍ਹਾਂ ਨੂੰ ਨਹੀਂ ਪਤਾ ਉਹ ਬਿਲਕੁਲ ਨਹੀਂ ਕਰਦੇ। ਤੇ ਇਹ ਹਾਲਤ ਜਿਹੜੀ ਆਪਣੇ ਸਾਹਮਣੇ ਆ, ਕਿਉਂਕਿ ਇਹ ਮਰਜ਼ਾਦਾ ਹੀ ਗਲਤ ਬਣਾਈ ਗਈ, ਕਿਉਂਕਿ ਇਹਦੇ ਵਿੱਚ ਨਿਤਨੇਮ ਜਾਂ ਜਿਹੜੀ ਅਰਦਾਸ ਬਣਾਈ ਗਈ ਹੈ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ, ਇਹ 10ਵੇਂ ਪਾਤਸ਼ਾਹ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਕਿਉਂਕਿ ਨਿਤਨੇਮ ਸਾਨੂੰ ਗੁਰੂ ਦਾ ਕਰਨਾ ਚਾਹੀਦਾ, ਗੁਰੂ ਵੱਲੋਂ ਬਖਸ਼ੀਆਂ ਬਾਣੀ ਦਾ ਕਰਨਾ ਚਾਹੀਦਾ, ਤੇ ਗੁਰੂ ਨੂੰ ਜੋ ਬਾਣੀਆਂ ਬਖਸ਼ੀਆਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਤੇ ਇਸ ਤਰ੍ਹਾਂ ਬਹੁਤ ਸਾਰੇ ਨੁਕਸਾਨ ਹੋਏ ਆ ਸਿੱਖ ਰਹਿਤ ਮਰਿਆਦਾ ਦੇ। ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਬਣਾ ਦਿੱਤਾ ਗਿਆ, 10ਵੇਂ ਪਾਤਸ਼ਾਹ ਨੂੰ ਦੁਰਗਾ ਮਹਾਕਾਲ ਦੇ ਪੁਜਾਰੀ ਬਣਾ ਦਿੱਤਾ ਗਿਆ, ਲੜਾਈਆਂ ਝਗੜੇ ਜਿਹੜੇ ਆ ਵਾਧੂ ਪਾ ਦਿੱਤੇ ਗਏ, ਤੇ ਦਸ਼ਮਨਾਥ ਨੂੰ ਇੱਕ ਸਿੱਖੀ ਦਾ ਅੰਗ ਬਣਾ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਬਣਾ ਕੇ ਇਹਦਾ ਇੱਕ ਸ਼ਰੀਕ ਹੋਰ ਗੁਰੂ ਬਣਾ ਦਿੱਤਾ ਗਿਆ। ਬਹੁਤ ਸਾਰੇ ਨੁਕਸਾਨ ਹਨ। ਉਹ ਇਸ ਬਾਰੇ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਇਹ ਕਿੱਦਾਂ ਬਣਦੀ ਹੈ, ਕੀ ਇਹਦੇ ਵਿੱਚ ਚਾਲਾਂ ਖੇਡੀਆਂ ਜਾਂਦੀਆਂ, ਇਹਦੇ ਬਾਰੇ ਫਿਰ ਕਿਤੇ ਵਿਚਾਰ ਕਰਾਂਗੇ। ਤਾਂ ਅੱਜ ਦੇ ਵਿਚਾਰ ਵਿੱਚ ਸਿਰਫ ਇੰਨਾ ਹੀ ਕਿ ਪੈਪਸੂ ਦੇ ਗੁਰਦੁਆਰਿਆਂ ਨੇ ਸਿੱਖ ਰਹਿਤ ਮਰਿਆਦਾ ਨੂੰ ਬਿਲਕੁਲ ਨਕਾਰ ਦਿੱਤਾ ਸੀ, ਔਰ ਉਹਨਾਂ ਨੇ ਆਪਣੀ ਕਮੇਟੀ ਬਣਾਈ ਸੀ, ਆਪਣੇ ਰੂਲਸ ਐਂਡ ਰੈਗੂਲੇਸ਼ਨ ਇਹਨਾਂ ਗੁਰਦੁਆਰਿਆਂ ਵਿੱਚ ਵੱਖਰੇ ਬਣਾਏ ਸਨ, ਜਿਹੜੇ ਕਿ ਉਦੋਂ ਤੱਕ ਚੱਲਦੇ ਰਹੇ ਜਦੋਂ ਤੱਕ ਨਵੇਂ ਬਣਾਏ ਬੋਰਡ ਨੂੰ ਸ਼੍ਰੋਮਣੀ ਕਮੇਟੀ ਵਿੱਚ ਮਰਜ ਨਹੀਂ ਕਰ ਦਿੱਤਾ। ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ